नमस्कार लुधियाना खबरनामा ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਪਰਵਿੰਦਰ। तमाम ਖਬਰਾਂ ਤੇ ਨਜ਼ਰ ਪਾਉਂਦੇ ਹਾਂ। ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ। ਚੋਣਾਂ ਦੇ ਚੱਲਦੇ ਦਲ ਬਦਲੀਆਂ ਦਾ ਦੌਰ ਜਾਰੀ। ਗਗਨਦੀਪ ਗੈਸਪੁਰਾ ਨੇ ਕੀਤੀ ਘਰ ਵਾਪਸੀ। ਸ਼੍ਰੋਮਣੀ ਅਕਾਲੀ ਦਲ ਚ ਮੁੜ ਹੋਏ ਸ਼ਾਮਲ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਕੀਤੀ ਸ਼ਮੂਲੀਅਤ। ਮੁੱਲਾਪੁਰ ਦੇ ਵਿੱਚ ਵੀ ਆਪ ਅਤੇ ਭਾਜਪਾ ਦੇ ਕਈ ਆਗੂ ਅਕਾਲੀ ਦਲ ਚ ਹੋਏ ਸ਼ਾਮਲ। ਸੁਖਬੀਰ ਬਾਦਲ ਜਗਰਾਉਂ ਵਿਖੇ ਨਾਨਕਸਰ ਸੰਪਰਦਾਇ ਅਸਥਾਨ ਤੇ ਹੋਏ ਨਤਮਸਤਕ। ਵੱਡੀ ਗਿਣਤੀ 'ਚ ਅਕਾਲੀ ਵਰਕਰ ਰਹੇ ਮੌਜੂਦ। ਵਿਧਾਨ ਸਭਾ ਚੋਣਾਂ 'ਚ ਗੱਠਜੋੜ ਦੀ ਜਿੱਤ ਦੀ ਕੀਤੀ ਅਰਦਾਸ। ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ। ਦਰਸ਼ਨ ਸਿੰਘ ਸ਼ਿਵਾਲਕ ਨੂੰ ਬੇਟ ਇਲਾਕੇ 'ਚ ਮਿਲਿਆ ਭਾਰੀ ਸਮਰਥਨ। ਰਾਏਕੋਟ 'ਚ ਅਕਾਲੀ ਉਮੀਦਵਾਰ ਬਲਵਿੰਦਰ ਸਿੰਘ ਸੰਧੂ ਨੇ ਵੀ ਕੀਤੀਆਂ ਚੋਣ ਬੈਠਕਾਂ। ਮਾਛਵਾੜਾ ਸਾਹਿਬ 'ਚ ਜੰਗਲਾਤ ਵਿਭਾਗ ਦੀ ਲੱਖਾਂ ਦੀ ਲੱਕੜ ਚੋਰੀ। ਕਾਂਗਰਸ ਦੇ ਸਾਬਕਾ ਕੌਂਸਲਰ ਅਤੇ ਸਰਪੰਚ ਲੱਗੇ ਇਲਜ਼ਾਮ। ਸਾਥੀਆਂ ਨਾਲ ਮਿਲ ਕੇ ਲੱਕੜ ਚੋਰੀ ਕਰਨ ਦੇ ਲੱਗੇ ਦੋਸ਼। ਅਧਿਕਾਰੀਆਂ ਨੇ ਆਖੀ ਕਾਰਵਾਈ ਦੀ ਗੱਲ। ਖੰਨਾ ਦੇ ਵਾਰਡ ਨੰਬਰ 14 'ਚ ਸਫਾਈ ਵਿਵਸਥਾ ਦਾ ਬੁਰਾ ਹਾਲ। ਗਲੀਆਂ 'ਚ ਖੜੇ ਗੰਦੇ ਪਾਣੀ ਕਰਕੇ ਹਾਲਾਤ ਬਦ ਤੋਂ ਬਦਤਰ। ਲੋਕਾਂ ਨੂੰ ਕਰਨਾ ਪੈ ਰਿਹਾ ਦਿੱਕਤਾਂ ਦਾ ਸਾਹਮਣਾ। खबरों की शुरुआत करते हैं। 2022 के विधानसभा चोणों के मद्देनज़र दल बदलिया दौर लगातार जारी है। इस तहत ਵੱਖ-ਵੱਖ पार्टियां के आगू और वर्कर श्रोमणी अकाली दल दी लोकपक्षी नीतियों तो प्रभावित होकर पार्टी के विच अपनी शमूलीयत भी दर्ज करवा रहे हैं। इस चलदे गगनदीप सिंह गैसपुरा ने भी घर वापसी की है। काबिले गौर है कि इस मौके सुखबीर सिंह बादल भी विशेष तौर पर मौजूद रहे, जिन्हों के वलों उन्हों का स्वागत किया गया तो बढ़ता मान सम्मान देने की भी गल आखी गई। माघ महीने ਨੂੰ ਮੁੱਖ ਰੱਖਦਿਆਂ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਗਰਾਉਂ ਵਿਖੇ ਨਾਨਕਸਰ ਸੰਪਰਦਾਇ ਦੇ ਅਸਥਾਨ ਤੇ ਮੱਥਾ ਟੇਕਿਆ ਗਿਆ ਅਤੇ ਸੰਤ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਲਿਆ ਗਿਆ। ਇਸ ਮੌਕੇ ਐਸਜੀਪੀਸੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਦੇ ਵਰਕਰ ਵੀ ਮੌਜੂਦ ਰਹੇ। ਉਹ ਇੱਥੇ ਜਿਹੜੀ ਫੂਲਕਾ ਸਾਹਿਬ ਦੇ ਜਾਣ ਤੋਂ ਬਾਅਦ ਇੱਥੇ ਆਮ ਆਦਮੀ ਪਾਰਟੀ ਬਿਲਕੁਲ ਹਾਸ਼ੀਏ ਤੇ ਆ ਤੇ ਲੋਕਾਂ ਦਾ ਭਰੋਸਾ ਉੱਤੇ ਖਤਮ ਹੋ ਚੁੱਕਿਆ ਵਾ। ਜਿਹੜੀ ਕਾਂਗਰਸ ਪਾਰਟੀ ਆ, ਇਹਨਾਂ ਦੀ ਸਰਕਾਰ ਰਹੀ ਹੈ 5 ਸਾਲ। ਇਹਨਾਂ ਨੇ ਬੜੇ ਲੋਕਾਂ ਨੂੰ ਲਾਰੇ ਲਾਏ, ਝੂਠੇ ਵਾਅਦੇ ਕੀਤੇ ਤੇ ਜੋ ਧੱਕੇਸ਼ਾਹੀਆਂ ਹਲਕੇ ਦਾਖੇ ਦੇ ਵਿੱਚ ਹੋਈਆਂ ਨੇ ਕੀਤੀਆਂ ਨੇ ਇਹਨਾਂ ਨੇ। ਮੁੱਲਾਪੁਰ ਦੀ ਇਲੈਕਸ਼ਨ 'ਚ ਜੋ ਗੁੰਡਾਗਰਦੀ ਹੋਈ, ਬੂਥ ਕੈਪਚਰਿੰਗ ਹੋਈ, ਉਸ ਤੋਂ ਬਾਅਦ ਪਹਿਲਾਂ ਬਲਾਕ ਸੰਮਤੀ ਦੇ ਵਿੱਚ, ਫਿਰ ਜਿਮਨੀ ਚੋਣ ਦੇ ਵਿੱਚ, ਤੇ ਉਸ ਤੋਂ ਬਾਅਦ 2.5 ਸਾਲ ਹੁਣ ਤੱਕ ਉਹਦਾ ਖਮਿਆਜ਼ਾ ਇਹਨਾਂ ਨੂੰ ਭੁਗਤਣਾ ਪੈਣਾ। ਹਜੇ ਤਾਂ ਇਹਨਾਂ ਨੂੰ ਉਹਦਾ ਜੋ ਇਹਨਾਂ ਨੇ ਜਾਤੀਆਂ ਸਾਡੀਆਂ ਸੁਸਾਇਟੀਆਂ ਨਿਕਾਏ ਰੱਦ ਕੀਤੇ ਆ, ਸੋ ਸਾਰੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਇੱਕ। ਸੋ ਖਮਿਆਜ਼ਾ ਇਹਨਾਂ ਨੂੰ ਭੁਗਤਣਾ ਪੈਣਾ ਹੁਣ ਕਾਂਗਰਸ ਨੂੰ ਵੀ। ਇਸ ਲਈ ਇੱਥੇ ਜਿਹੜਾ ਨਾ ਤਾਂ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਹੈਗਾ ਅਤੇ ਕਾਂਗਰਸ ਤਾਂ ਇੱਥੇ ਕਦੇ ਅਜੇ ਤੱਕ ਜਿੱਤ ਸਕੀ ਨਹੀਂ। ਸੋ ਹੁਣ ਤਾਂ ਇਹਨਾਂ ਤੋਂ ਬਦਲਾ ਲੈਣ ਦਾ ਸਮਾਂ ਲੋਕਾਂ ਦਾ। ਜੋ ਇਹਨਾਂ ਨੇ ਝੂਠੇ ਪਰਚੇ, ਧਮਕੀਆਂ, ਹਰ ਵਰਕਰ ਨੇ ਧਮਕੀ ਦੇਈ ਆ, ਅਸੀਂ ਪਰਚਾ ਕਰਾ ਦਿਆਂਗੇ, ਜੇ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਹੁਣ ਪਤਾ ਲੱਗਣਾ ਵਾ, ਹੁਣ ਜੋ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਣਾ। ਵਿਧਾਨ ਸਭਾ ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਕ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਆਪਣੇ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਹੋਇਆਂ ਦਰਸ਼ਨ ਸਿੰਘ ਸ਼ਿਵਾਲਕ ਦੇ ਵੱਲੋਂ ਬੇਟ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਚੋਣ ਬੈਠਕਾਂ ਕੀਤੀਆਂ ਗਈਆਂ। ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਲੋਕਾਂ ਦੇ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਭਾਰੀ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਸ਼ਿਵਾਲਕ ਨੇ ਕਿਹਾ ਕਿ ਅਕਾਲੀ ਦਲ ਦੇ ਵੱਲੋਂ ਵਿਕਾਸ ਦੇ ਮੁੱਦੇ ਤੇ ਚੋਣਾਂ ਲੜੀਆਂ ਜਾ ਰਹੀਆਂ ਨੇ। ਉਹਨਾਂ ਕਿਹਾ ਕਿ ਸੂਬੇ ਦੇ ਅੰਦਰ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਨ ਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਏਗਾ। ਏਰੀਏ ਦੇ ਪਿੰਡ ਇਹਨਾਂ ਦੇ ਵਿੱਚ ਛੋਲੇ ਪੱਤੀ, ਕਪੂਰ ਸਿੰਘ ਵਾਲਾ, ਮੰਨੇਵਾਲ, ਛੋਲੇ, ਚਾੜ, ਬੱਗਾ ਖੁਰਦ, ਰੱਜੋਵਾਲ, ਬੱਗੇ ਕਲਾਂ, ਬੋਕੋ ਡੋਗਰਾ, ਲਾਡੋਵਾਲ ਅਤੇ ਪ੍ਰਤਾਪ ਸਿੰਘ ਵਾਲਾ। ਇਹਨਾਂ ਪਿੰਡਾਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਨੇ। ਸੋ ਇਹਨਾਂ ਪਿੰਡਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਜਿਹੜੇ ਹੈਗੇ ਆਗੂ ਸ਼ਾਮਲ ਕੀਤੇ ਗਏ ਨੇ। ਜਿਵੇਂ ਛੋਲੇ ਪੱਤੀ ਦਾ ਜਿਹੜਾ ਹੈਗਾ ਸਰਪੰਚ ਸ਼ਾਮਲ ਕੀਤਾ ਗਿਆ, ਹੋਰ ਕਈ ਮੈਂਬਰ ਸਾਹਿਬਾਨ ਸ਼ਾਮਲ ਕੀਤੇ ਗਏ ਨੇ। ਉਹ ਸਾਰੇ ਇਹ ਗੱਲ 'ਤੇ ਮਤਲਬ ਜ਼ੋਰ ਦੇ ਰਹੇ ਸਾਡੇ ਕੋਲੇ ਵੀ ਸਾਨੂੰ ਕਾਂਗਰਸ ਤੋਂ ਇੰਨੀ ਸਮੱਸਿਆ ਨਹੀਂ ਸੀਗੀ, ਲੇਕਿਨ ਜਿਹੜਾ ਸਾਡੇ ਹਲਕੇ ਦੇ ਵਿੱਚ ਇਹ ਡੀਸੀ ਸਰਪੰਚ ਲਾਇਆ MLA, ਇਹਨੇ ਸਾਨੂੰ ਨਾ ਤਾਂ 5 ਸਾਲ ਸ਼ਕਲ ਦਿਖਾਈ ਹੈ, ਨਾ ਸਾਡੇ ਕੋਲ ਆਇਆ, ਨਾ ਸਾਡਾ ਕੋਈ ਕੰਮ ਕੀਤਾ, ਅਤੇ ਸਾਨੂੰ ਜਲੀਲ ਹੀ ਕੀਤਾ ਵਾ। ਅਸੀਂ MLA ਤੋਂ ਦੁਖੀ ਹੋ ਕੇ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਹਾਂ। ਅਤੇ ਮੈਂ ਇਹਨਾਂ ਸਾਰਿਆਂ ਦੇ ਹੀ ਵਰਕਰ ਸਾਹਿਬਾਨ ਜਿਹੜੇ ਆਏ ਨੇ ਕਾਂਗਰਸ ਵਿੱਚੋਂ, ਮੈਂ ਇਹਨਾਂ ਨੂੰ ਅਕਾਲੀ ਦਲ ਵਿੱਚ ਆਉਣ 'ਤੇ ਜੀ ਆਇਆਂ ਆਖਦਾ।
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਮੁੱਲਾਂਪੁਰ ਸ਼ਹਿਰ ਦੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਅਤੇ ਵਰਕਰ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ। ਇਸ ਮੌਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਆਗੂਆਂ ਦਾ ਮਨਪ੍ਰੀਤ ਇਆਲੀ ਨੇ ਸਰੋਪਾ ਪਾ ਕੇ ਸਨਮਾਨ ਕੀਤਾ ਅਤੇ ਮਾਨ ਸਨਮਾਨ ਦੇਣ ਦੀ ਗੱਲ ਆਖੀ ਹੈ। ਸਾਥੀ ਜਿਹੜੇ ਆਮ ਆਦਮੀ ਪਾਰਟੀ ਨੇ ਬੜਾ ਕੰਮ ਕੀਤਾ ਸੋ ਅੱਜ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਨੇ। ਸੋ ਮੈਂ ਇਹਨਾਂ ਦਾ ਸਾਰਿਆਂ ਦਾ ਸਾਥੀਆਂ ਦਾ ਇਹਨਾਂ ਦੇ ਨਾਲ ਸਾਥੀ ਆਏ ਉਹਨਾਂ ਨੂੰ ਮੈਂ ਜੀ ਆਇਆਂ ਆਖਣਾ ਸਵਾਗਤ ਕਰਦਾ ਅਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਪਾਰਟੀ 'ਚ ਉਹਨਾਂ ਦਾ ਪੂਰਾ ਮਾਣ ਸਨਮਾਨ ਹੋਊਗਾ, ਕਦੇ ਵੀ ਉਹਨਾਂ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ ਕਿਉਂਕਿ ਜਿਹੜੇ ਮਹਿੰਦਰਪਾਲ ਸਿੰਘ ਬੀਜੇਪੀ ਛੱਡ ਗਏ ਨੇ ਬਾਕੀ ਆਪ ਦੇ ਵਿੱਚੋਂ ਆਏ ਨੇ ਸਾਰੇ। ਸੋ ਕਿਉਂਕਿ ਇਹਨਾਂ ਨੇ ਬੜਾ ਉੱਥੇ ਕੰਮ ਕੀਤਾ, ਲੋਕਾਂ ਦੇ ਵਿੱਚ ਆਧਾਰ ਆ। ਸੋ ਆਉਣ ਵਾਲੇ ਸਮੇਂ 'ਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ਅਤੇ ਸਾਡੇ ਵੱਲੋਂ ਇਹਨਾਂ ਨੂੰ ਪੂਰਾ ਮਾਣ ਸਨਮਾਨ ਜਿਹੜਾ ਪਾਰਟੀ ਦਿੱਤਾ ਜਾਊਗਾ। ਇਸ ਤਰ੍ਹਾਂ ਮੁਕਾਬਲਾ ਕਹਿੰਦੇ ਚੋ ਤਰਫਾ ਮੁਕਾਬਲਾ ਗਿਣਿਆ ਜਾਵੇ ਤੇ 5 ਪਾਰਟੀਆਂ ਦਾ ਮੁਕਾਬਲਾ ਰਹੇਗਾ, ਤੁਸੀਂ ਆਪਣਾ ਮੁੱਖ ਮੁਕਾਬਲਾ ਕਿੰਨਾ ਗਿਣਦੇ ਹੋ? ਕੋਈ ਤਾਂ ਹੁਣ ਟਾਈਮ ਤੇ ਪਤਾ ਲੱਗੂਗਾ ਨਾ ਜਦੋਂ ਰਿਜ਼ਲਟ ਆਊਗਾ। ਸੋ ਦੇਖੋ ਇੱਥੇ ਹਜੇ ਤੱਕ ਤਾਂ ਕਾਂਗਰਸ ਦਾ ਹੀ ਮੁਕਾਬਲਾ ਹੈਗਾ ਪਰ ਕੱਲ੍ਹ ਨੂੰ ਕੋਈ ਹੋਰ ਪਾਰਟੀ ਆ ਜਾਂਦੀ ਹੈ ਫਿਰ ਪਤਾ ਨਹੀਂ ਮੈਂ ਕਾਂਗਰਸ ਦੇ ਤੀਜੇ ਨੰਬਰ 'ਤੇ ਚਲੀ ਗਈ ਸੀ। ਸੋ ਉਹ ਆਪਣਾ ਵੋਟ ਬੈਂਕ ਬਚਾ ਪਾਉਂਦੇ ਨਹੀਂ ਪਾਉਂਦੇ ਵੱਖਰੀ ਟਾਈਮ ਦੀ ਗੱਲ ਪਤਾ ਲੱਗੂਗਾ। ਲੇਕਿਨ ਇੱਥੇ ਅਕਾਲੀ ਦਲ ਦਾ ਜਿਹੜਾ ਆਧਾਰ ਆ ਪੂਰਾ ਮਜ਼ਬੂਤ ਆ, ਬਹੁਜਨ ਸਮਾਜ ਪਾਰਟੀ ਸਾਡੇ ਨਾਲ ਆ। ਸੋ ਜਿਮਨੀ ਚੋਣ ਦੇ ਵਿੱਚ ਤੇ ਉਹ ਲੋਕਾਂ ਨੂੰ ਸਾਰਾ ਦਿਖਾਈ ਦਿੱਤਾ ਇਲਾਕੇ ਦੇ ਲੋਕਾਂ ਨੇ ਕਿ ਇੱਥੋਂ ਦੇ ਲੋਕ ਨੇ ਜਿਹੜੇ ਡਟ ਕੇ ਸਾਡੇ ਨਾਲ ਖੜੇ ਨੇ ਅਤੇ ਹੁਣ ਵੀ ਬਹੁਤ ਵੱਡਾ ਉਹਨਾਂ ਦਾ ਸਹਿਯੋਗ ਮਾਣ ਸਤਿਕਾਰ ਜਿਹੜਾ ਲੋਕਾਂ ਦਾ ਮਿਲ ਰਿਹਾ ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜੀ ਬਹੁਤ ਵੱਡੀ ਲੀਡ ਨਾਲ ਜਿਹੜੀ ਸੀਟ ਅਸੀਂ ਜਿੱਤ। ਹਲਕਾ ਆਤਮਨਗਰ ਦੇ ਇਲਾਕਾ ਦੁਗਰੀ ਫੇਸ 2 ਵਿਖੇ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰੀਸ਼ ਰਾਏ ਟਾਂਡਾ ਨੇ ਸਥਾਨਕ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਹੈ। 2022 ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਸੰਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਭਰੋਸਾ ਦਿਵਾਇਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਆਉਣ ਤੇ ਪਹਿਲ ਦੇ ਆਧਾਰ ਤੇ ਲੋਕ ਸਮੱਸਿਆਵਾਂ ਦਾ ਹੱਲ ਕੀਤਾ ਜਾਏਗਾ। ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਅੱਜ LIG ਫਲੈਟਸ ਦੇ ਵਿੱਚ ਇੱਥੇ ਦੇ ਵਸਨੀਕਾਂ ਨੇ ਮੈਨੂੰ ਬੁਲਾ ਕੇ ਮੈਨੂੰ ਵਿਸ਼ਵਾਸ ਦਿਵਾਇਆ ਵੋਟਾਂ ਦਾ। ਮੈਂ ਇਹਨਾਂ ਦੇ ਵਿਸ਼ਵਾਸ ਤੇ ਖਰਾ ਉਤਰਨ ਦਾ ਵੀ ਵਾਅਦਾ ਕੀਤਾ। ਇਹਨਾਂ ਦੀਆਂ ਛੋਟੇ ਮਸਲੇ, ਇਹਨਾਂ ਦੇ ਫਲੈਟਾਂ ਦੀਆਂ ਰਜਿਸਟਰੀਆਂ ਨਹੀਂ ਹੁੰਦੀਆਂ, ਇਹਨਾਂ ਦੇ ਸੀਵਰੇਜ ਹੈ ਉਹ ਸਾਫ਼ ਨਹੀਂ ਹੁੰਦੇ, ਇੱਥੇ ਗੰਦ ਚੱਕਣ ਦਾ ਕੋਈ ਇਸਤੇਮਾਲ ਨਹੀਂ, ਕੋਈ ਕਹਿ ਕੇ ਕਿ ਕਾਰਪੋਰੇਸ਼ਨ 'ਚ ਨਹੀਂ ਉਹ ਕੰਮ ਨਹੀਂ ਕਰਦਾ। ਮੈਂ ਸਮਝਦਾ ਇਹ ਸਰਕਾਰ ਦਾ ਮਕਰਾਪਨ ਹੈ। ਹਰ ਸਰਕਾਰ ਨੂੰ ਸਭ ਤੋਂ ਪਹਿਲਾਂ ਗਰੀਬ ਦਾ ਹੱਥ ਫੜਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਉਸ ਵਰਗ ਦਾ ਹੱਥ ਫੜਨਾ ਚਾਹੀਦਾ ਹੈ ਜਿਹੜਾ ਵਰਗ ਵਾਂਝਾ ਹੋਵੇ, ਜਿਹੜੇ ਵਰਗ ਦੇ ਕੋਲ ਸਾਧਨ ਨਾ ਹੋਣ। ਅਕਾਲੀ ਦਲ ਸਦਾ ਗਰੀਬ ਵਰਗ ਨਾਲ ਖੜਿਆ, ਗਰੀਬ ਵਰਗ ਨਾਲ ਖੜੂਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਰਿਆਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਵਰਗ ਦੀ ਸਿੱਖਿਆ, ਇਸ ਵਰਗ ਦੀ ਸਿਹਤ, ਇਸ ਵਰਗ ਦਾ ਰਹਿਣ ਸਹਿਣ, ਇਸ ਵਰਗ ਦੇ ਜਨ ਜੀਵਨ 'ਚ ਬਦਲ ਕਰਨ ਲਈ ਅਕਾਲੀ ਦਲ ਪੁਰਜ਼ੋਰ ਕੋਸ਼ਿਸ਼ ਲਾਊ। ਉਧਰ ਹਾਈਕੋਰਟ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਬਲਵਿੰਦਰ ਸਿੰਘ ਸੰਧੂ ਦੇ ਵੱਲੋਂ ਤੇਜ਼ੀ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ, ਜਿਸ ਦੇ ਚੱਲਦਿਆਂ ਉਹਨਾਂ ਦੇ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਚੋਣ ਬੈਠਕਾਂ ਨੂੰ ਸੰਬੋਧਨ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਪਿੰਡ ਰਾਜਵਾਨਾ ਕਲਾਂ ਅਤੇ ਹੀਰਾ ਵਿਖੇ ਵੀ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਦੇ ਭਰਪੂਰ ਸਮਰਥਨ ਦੀ ਗੱਲ ਆਖੀ ਗਈ ਹੈ। ਅੱਜ ਰਾਜਵਾਨਾ ਕਲਾਂ ਤੇ ਰਾਜਵਾਨਾ ਖੁਰਦ, ਹੀਰਾ ਕਲਾਂ ਤੇ ਇਹਨਾਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਉਹਨਾਂ ਨੇ ਮੀਟਿੰਗਾਂ ਰੱਖੀਆਂ ਸੀ। ਉਹਦੇ ਵਿੱਚ ਦਾਸ ਤੇ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਜਗਜੀਤ ਸਿੰਘ ਤਲਵੰਡੀ ਤੇ ਇਹਨਾਂ ਨੇ ਅਸੀਂ ਜਾ ਕੇ ਜਦੋਂ ਮੀਟਿੰਗਾਂ ਦੇਖਿਆ ਬਹੁਤ ਭਰਮੀਆਂ ਮੀਟਿੰਗਾਂ ਸੀਗੀਆਂ ਤੇ ਉਹ ਮੀਟਿੰਗਾਂ ਦੇ ਵਿੱਚ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿਉਂਕਿ ਲੋਕ ਦੁਖੀ ਨੇ। ਕੱਲਾ ਵਿਅਕਤੀ ਰੋ ਰਿਹਾ ਸੀ ਕਿ ਜਿਹੜੀ ਕਾਂਗਰਸ ਸਰਕਾਰ ਆ ਇਹ ਜ਼ਾਲਮ ਸਰਕਾਰ ਆ, ਸਾਡੇ ਹਰ ਪਿੰਡ ਦੇ ਵਿੱਚ ਧੜੇਬੰਦੀ ਪੈਦਾ ਕੀਤੀ। ਅਮਰ ਸਿੰਘ ਨੇ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਆ। ਸ਼ਹਿਰ ਉਹ ਕਹਿੰਦੇ ਪੱਟਿਆ ਪਿਆ, ਸਾਰਾ ਪਿੰਡਾਂ ਦੀਆਂ ਗਲੀਆਂ ਪੱਟੀਆਂ ਪਈਆਂ ਨੇ, ਇਸ ਕਰਕੇ ਲੋਕ ਬਹੁਤ ਦੁਖੀ ਨੇ ਤੇ ਉਹਨਾਂ ਨੇ ਇਹ ਅੱਜ ਵਾਅਦਾ ਕਰਿਆ ਕਿ ਅਸੀਂ ਜਿਹੜੀ ਆਉਣ ਵਾਲੀ ਸਮਾਂ 2022 ਆ ਉਹਦੇ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਬਣਾਵਾਂਗੇ। ਅੱਜ ਸਰਦਾਰ ਬਲਵਿੰਦਰ ਸਿੰਘ ਸੰਧੂ ਜੀ ਤੇ ਜਗਜੀਤ ਸਿੰਘ ਤਲਵੰਡੀ ਇਹ ਸਾਡੇ ਪਿੰਡ ਵਿੱਚ ਵੋਟਾਂ ਵਾਸਤੇ ਆਏ ਨੇ। ਸਾਰੇ ਪਿੰਡ ਨੇ ਇਕੱਠੇ ਹੋ ਕੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਅਕਾਲੀ ਦਲ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਅਸੀਂ ਇਹਨਾਂ ਦਾ ਪੂਰਾ ਸਾਥ ਦਿਆਂਗੇ ਤੇ ਵੋਟਾਂ ਵਿੱਚ ਬਸਪਾ ਦਾ ਜੋ ਉਮੀਦਵਾਰ ਹੈ ਉਹਨੂੰ ਜਿਤਾਵਾਂਗੇ। ਲੁਧਿਆਣਾ ਦੇ ਹਲਕਾ ਕੇਂਦਰੀ 'ਚ ਬੀਜੇਪੀ ਆਗੂ ਗੁਰਦੇਵ ਸ਼ਰਮਾ
ਦੇਬੀ ਦੀ ਅਗਵਾਈ ਦੇ ਵਿੱਚ ਬੀਜੇਪੀ ਯੂਥ ਆਗੂ ਗੁਰਦੀਪ ਸਿੰਘ ਗੋਸ਼ਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਗੋਸ਼ਾ ਅਤੇ ਗੁਰਦੇਵ ਸ਼ਰਮਾ ਦੇਬੀ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਦਾ ਦਾਅਵਾ ਪੇਸ਼ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਬੀਜੇਪੀ ਦੀ ਪਕੜ ਮਜ਼ਬੂਤ ਹੋ ਰਹੀ ਹੈ। ਇਸ ਮੌਕੇ ਉਹਨਾਂ ਕਾਂਗਰਸ ਤੇ ਵੀ ਜੰਮ ਕੇ ਨਿਸ਼ਾਨੇ ਸਾਧੇ। ਗੁਰਦੀਪ ਸਿੰਘ ਗੋਸ਼ਾ ਜੀ ਦੇ ਨਾਲ ਮੇਰਾ ਬਹੁਤ ਪੁਰਾਣੇ ਸੰਬੰਧ ਨੇ ਔਰ ਮੈਨੂੰ ਅੱਜ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿਉਂਕਿ ਗੋਸ਼ਾ ਜੀ ਨੇ ਜਦੋਂ ਭਾਰਤੀ ਜਨਤਾ ਪਾਰਟੀ ਨੂੰ ਜੁਆਇਨਿੰਗ ਕੀਤੀ ਔਰ ਮੇਰੇ ਉਸ ਟਾਈਮ ਮੈਂ ਜਦੋਂ ਟੀਵੀ ਤੇ ਦੇਖਿਆ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਉਸ ਟਾਈਮ ਮੈਂ ਖੁਸ਼ੀ ਦੇ ਨਾਲ ਕਿਸ ਟਾਈਮ ਮੈਂ ਇਹਨਾਂ ਨੂੰ ਟੈਲੀਫੋਨ ਬਾਰ-ਬਾਰ ਕਰ ਰਿਹਾ ਸੀ ਪਰ ਇਹਨਾਂ ਦਾ ਟੈਲੀਫੋਨ ਉਸ ਟਾਈਮ ਬੰਦ ਆ ਰਿਹਾ ਸੀ। ਮੈਂ ਸਰਦਾਰ ਗੁਰਦੀਪ ਸਿੰਘ ਗੋਸ਼ਾ ਜੀ ਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਪਹਿਲਾਂ ਤਾਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਔਰ ਅੱਜ ਲੁਧਿਆਣੇ ਦੇ ਵਿੱਚ ਮੈਂ ਆਪਣੇ ਇਹਨਾਂ ਨੂੰ 2-3 ਦਿਨ ਦਾ ਕਹਿ ਰਿਹਾ ਸੀ ਵੀ ਗੋਸ਼ਾ ਜੀ ਮੈਨੂੰ ਥੋੜ੍ਹਾ ਜਿਹਾ ਟਾਈਮ ਦਿਓ ਕਿ ਮੈਂ ਤੁਹਾਡਾ ਮਾਣ ਸਤਿਕਾਰ ਕਰਨਾ ਵੀ ਤੁਸੀਂ ਆਓ ਔਰ ਅੱਜ ਉਹ ਆਏ ਨੇ ਮੇਰੇ ਦਫ਼ਤਰ ਦੇ ਵਿੱਚ ਔਰ ਮੈਂ ਇਹਨਾਂ ਦਾ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਔਰ ਮੇਰੇ ਭਾਰਤੀ ਜਨਤਾ ਪਾਰਟੀ ਦੇ ਮੇਰੇ ਮੰਡਲ ਪ੍ਰਧਾਨ ਔਰ ਮੇਰੇ ਕੁਛ ਜਿੰਨੇ ਵੀ ਕੈਸ਼ੀਅਰ ਨੇ ਜਾਂ ਤੁਹਾਡੇ ਕੌਂਸਲਰ ਸਾਹਿਬਾਨ ਨੇ ਔਰ ਸਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਤੁਸੀਂ ਦੇਖਿਆ ਵੀ ਇਕੱਠੇ ਹੋ ਕੇ ਅੱਜ ਗੋਸ਼ਾ ਜੀ ਦਾ ਸਵਾਗਤ ਕਰ ਰਹੇ ਨੇ। ਵਿੱਚ ਜਿਹੜੀ ਵੱਧਦੀ ਗਿਣਤੀ ਹੈ ਉਹਦਾ ਕਾਰਨ ਇਹ ਹੈ ਕਿ ਕਿਉਂਕਿ ਅਸੀਂ ਧਰਮਾਂ ਦੀ ਸਿਆਸਤ ਨਹੀਂ ਕਰਦੇ। ਸਾਡਾ ਕੰਮ ਇੱਕੋ ਇੱਕ ਹੈ, ਅਸੀਂ ਕਿਸੇ ਤਰੀਕੇ ਆਪਣੇ ਦੇਸ਼ ਦੀ ਤੇ ਆਪਣੇ ਪੰਜਾਬ ਦੀ ਸੇਵਾ ਕਰ ਸਕੀਏ। ਪੰਜਾਬ ਦੀਆਂ ਬੜੀਆਂ ਵੱਡੀਆਂ ਚਿੰਤਾਵਾਂ ਨੇ ਜਿੱਥੇ ਨੌਜਵਾਨ ਵੱਡੀ ਗਿਣਤੀ 'ਚ ਨਸ਼ੇੜੀ ਹੋ ਰਹੇ ਆ ਉਹਦੀ ਸਮੱਸਿਆ ਤੋਂ ਦੂਰ ਪਾਉਣਾ। ਦੂਜੀ ਗੱਲ ਜਿਹੜੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਸਾਡਾ ਪੰਜਾਬ ਛੱਡ ਕੇ ਬਾਹਰ ਜਾ ਰਹੇ ਆ ਤੇ ਇਹਦੇ ਵੱਲ ਚਿੰਤਾ ਨਹੀਂ ਹੈਗਾ। ਤੇ ਤੀਜੀ ਜਿਹੜੀ ਵੱਡੀ ਸਮੱਸਿਆ ਹੈ ਇੰਡਸਟਰੀ ਦਾ ਪੰਜਾਬ ਦੇ ਵਿੱਚ ਜਦੋਂ ਦੀ ਕਾਂਗਰਸ ਆਈ ਹੈ ਬੁਰਾ ਹਾਲ ਕਰ ਦਿੱਤਾ ਗਿਆ ਤੇ ਉਹ ਕੇਂਦਰ ਸਰਕਾਰ ਨੇ ਜਿਹੜੀਆਂ ਜਦੋਂ ਮੋਦੀ ਸਾਹਿਬ ਆਏ ਸੀ 5 ਤਰੀਕ ਨੂੰ ਜਿਹੜੀਆਂ ਅਨਾਉਂਸਮੈਂਟਾਂ ਕਰਨੀਆਂ ਸੀ ਘਬਰਾ ਗਈ ਕਾਂਗਰਸ। ਉਸ ਘਬਰਾਹਟ ਦੇ ਵਿੱਚ ਉਹ ਰੈਲੀ ਰੋਕੀ ਗਈ, ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ ਰੋਕਿਆ ਗਿਆ। ਹੁਣ ਈਡੀ ਦੀ ਗੱਲ ਕਰਦੇ ਆ ਕਿਉਂਕਿ ਨਵਾਂ ਜਿਹੜੀ ਅਪਡੇਟ ਆਈ ਹੈ ਈਡੀ ਦੀ ਆਈ ਹੈ। ਈਡੀ ਦੀ ਛਾਪਾ ਪਿਆ ਕੱਲ। ਚੰਨੀ ਸਾਹਿਬ ਕਹਿੰਦੇ ਮੈਂ ਗਰੀਬ ਆ, ਇੱਕ ਗਰੀਬ ਮੁੱਖ ਮੰਤਰੀ ਕਹਿੰਦਾ ਮੈਂ ਹੈਗਾ ਤੇ ਉਹ ਗਰੀਬ ਮੁੱਖ ਮੰਤਰੀ ਦੇ ਆਪਣੇ ਮੈਂ ਉਹੀ ਕਹਿ ਰਿਹਾ ਆਪਣੇ ਰਿਸ਼ਤੇਦਾਰ ਦੇ ਘਰ 10 ਕਰੋੜ ਰੁਪਇਆ ਮਿਲਿਆ। ਉਧਰ ਖੰਨਾ ਦੇ ਨਿਊ ਮਾਡਲ ਟਾਊਨ ਅਤੇ ਗੁਰੂ ਨਾਨਕ ਨਗਰ ਦੇ ਵਿੱਚ ਸਫਾਈ ਵਿਵਸਥਾ ਦਾ ਮਾੜਾ ਹਾਲ ਹੈ। ਗਲੀਆਂ ਦੇ ਵਿੱਚ ਦੂਸ਼ਿਤ ਪਾਣੀ ਖੜਾ ਹੋਣ ਕਰਕੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਲੋਕਾਂ ਦੇ ਮੁਤਾਬਕ ਮੀਂਹ ਦੇ ਮੌਸਮ ਵਿੱਚ ਹਾਲਾਤ ਹੋਰ ਵੀ ਬਦ ਤੋਂ ਬਦਤਰ ਹੋ ਜਾਂਦੇ ਨੇ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੇ ਉਹਨਾਂ ਦੀ ਕੋਈ ਸੁਣਵਾਈ ਕਰਨ ਦੀ ਵੀ ਗੱਲ ਆਖੀ ਅਤੇ ਨਾਲ ਹੀ ਉਹਨਾਂ ਸਰਕਾਰ ਦੇ ਖਿਲਾਫ ਜੰਮ ਕੇ ਰੋਸ ਜ਼ਾਹਰ ਕੀਤਾ। ਕਾਬਲੇ ਗੌਰ ਹੈ ਕਿ ਬੀਤੇ ਦਿਨੀ ਕਾਂਗਰਸ ਦੇ ਉਮੀਦਵਾਰ ਗੁਰਕੀਰਤ ਕੋਟਲੀ ਜਦੋਂ ਵਾਰਡ ਨੰਬਰ 14 ਦੇ ਵਿੱਚ ਪ੍ਰਚਾਰ ਲਈ ਆਏ ਸਨ ਤਾਂ ਲੋਕਾਂ ਦੇ ਵੱਲੋਂ ਰੋਸ ਵਜੋਂ ਉਹਨਾਂ ਦਾ ਘਿਰਾਓ ਵੀ ਕੀਤਾ ਗਿਆ ਸੀ। ਜਦੋਂ ਅਸੀਂ 10-12 ਸਾਲ ਤੋਂ ਰਹਿੰਦੇ ਹਾਂ ਜੀ ਇੱਥੇ 5-7 ਸਾਲ ਤੋਂ ਇਹੀ ਹਾਲ ਹੈ ਜੀ। ਐਮਸੀਓ ਨੂੰ ਕਹਿ ਚੁੱਕੇ ਹਾਂ, ਗੁਰਕੀਰਤ ਸਿੰਘ ਕੋਟਲੀ ਸੋ ਮੈਂ 3-4 ਸਾਲ ਤੋਂ ਕਹਿ ਰਿਹਾ ਜੀ ਵੀ ਸਾਡਾ ਹਾਲ ਮਾੜਾ ਹੈ ਜੀ। ਇਹ ਤਾਂ ਦੇਖੋ ਜੀ ਸਾਡੇ ਬੱਚੇ ਰਹਿੰਦੇ ਆ, ਬੱਚੇ ਬਿਮਾਰ ਹੋ ਗਏ। ਪੋਤੀ ਮੇਰੀ 1 ਲੱਖ ਰੁਪਏ ਲੱਗ ਗਿਆ, ਬੱਚੇ ਬਿਮਾਰ ਹੁੰਦੇ ਆ ਜੀ। ਇਹ ਸੀਵਰੇਜ ਦਾ ਪਾਣੀ ਗੰਦਾ ਸਾਡੇ ਘਰਾਂ 'ਚ ਆਉਂਦਾ। ਸਾਡੀ ਜਿਹੜੀ ਕੋਠੀਆਂ ਦਾ ਮੁੱਲ ਹੈ, ਪਰਾਲ ਦਾ ਮੁੱਲ ਹੈ, ਅੱਧੇ ਰੇਟ ਰਹਿ ਗਿਆ। ਕਿਸੇ ਭਾਅ ਵੀ ਕੋਈ ਨਹੀਂ ਲੈਂਦਾ, ਅਸੀਂ ਵੇਚਣ ਨੂੰ ਫਿਰਦੇ ਹਾਂ ਜੀ। ਇਹਨਾਂ ਦੀ ਸਾਡੀ ਸੁਣਵਾਈ ਕੋਈ ਨਹੀਂ ਕਰ ਰਿਹਾ। ਸਾਨੂੰ ਮਿੱਠੀਆਂ ਗੋਲੀਆਂ ਦੇਈ ਜਾਂਦੇ, ਚੂਸੀ ਚਲੋ ਜੀ, ਚੂਸੀ ਚਲੋ ਜੀ, ਚੂਸੀ ਚਲੋ ਜੀ। ਮਤਲਬ ਕਿ ਇਹ ਨਾ 4-5 ਸਾਲ ਤੋਂ ਹੀ ਹਾਲ ਹੈ। ਕਹਿ ਕੇ ਥੱਕ ਗਏ। ਇਹ ਸਕੂਲ ਵੀ 2 ਬੱਚਿਆਂ ਦੇ ਸਕੂਲ ਵੀ ਇੱਥੇ ਨੇ। ਬੱਚੇ ਪਾਣੀ ਦੇ ਵਿੱਚ ਪੈਦਲ ਜਾਂਦੇ ਜੀ, ਬੱਚੇ ਗਿਰ ਜਾਂਦੇ ਆ, ਬਜ਼ੁਰਗ ਗਿਰ ਜਾਂਦੇ ਆ। ਮਤਲਬ ਇਹਦਾ ਹੱਲ ਸਾਡਾ ਕੋਈ ਨਹੀਂ ਨਿਕਲਿਆ। ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਾਡੀ ਗਲੀ ਦਾ ਕੰਮ ਹੋਣਾ ਚਾਹੀਦਾ ਹੈ ਨਾ। ਸਾਡੇ ਬੱਚੇ ਵੀ ਖੁੱਲ੍ਹ ਕੇ ਖੇਡ ਸਕਣ, ਅਸੀਂ ਵੀ 4 ਬੁੜੀਆਂ ਗਲੀ 'ਚ ਬਹਿ ਸਕੀਏ। ਜੇ ਬਹਿੰਦੇ ਹਾਂ ਤਾਂ ਲੋਕੀ ਸਾਨੂੰ ਟੀਚਰਾਂ ਕਰਕੇ ਲੰਘਦੇ ਨੇ ਵੀ ਇੰਨੇ ਗੰਦੇ ਲੋਕ ਨੇ, ਇੱਥੇ ਰਹਿ ਕਿੱਦਾਂ ਰਹੇ ਨੇ। ਕੋਈ ਰਿਸ਼ਤੇਦਾਰ ਨਹੀਂ ਆਉਂਦਾ, ਰਿਸ਼ਤੇਦਾਰ ਦਾ ਫੋਨ ਆਉਂਦਾ, ਅਸੀਂ ਪਹਿਲੇ ਹੀ ਕਹਿ ਦਿੰਦੇ ਹਾਂ ਅਸੀਂ ਘਰ ਨਹੀਂ ਹੈਗੇ। ਅਸੀਂ ਰਿਸ਼ਤੇਦਾਰਾਂ ਨੂੰ ਕੀ ਬੁਲਾਈਏ? ਤੁਹਾਡੇ ਸਾਹਮਣੇ ਹੈ, ਅਸੀਂ ਕੀ ਬੁਲਾਈਏ ਰਿਸ਼ਤੇਦਾਰਾਂ ਨੂੰ, ਹੈ ਨਾ। ਅਸੀਂ ਵੋਟ ਉਹਨੂੰ ਦੇਵਾਂਗੇ ਜਿਹੜਾ ਸਾਡੇ ਨਾਲ ਖੜੇਗਾ। ਉਹ ਪਹਿਲੇ ਵੋਟਾਂ ਵਾਰੀ ਕਿਹਾ ਵੀ ਅਸੀਂ ਤੁਹਾਡੀ ਗਲੀ ਪਾਸ ਹੈ, ਅਸੀਂ ਤੁਹਾਡਾ ਕੰਮ ਕਰਾਵਾਂਗੇ। ਆਹ ਸਾਲ ਹੋ ਗਿਆ ਵੋਟਾਂ ਪਈਆਂ ਨੂੰ, ਹਜੇ ਤੱਕ ਕੋਈ ਬੰਦਾ ਨਹੀਂ ਵੜਿਆ। ਪਹਿਲਾਂ ਤੁਸੀਂ ਕਿਸ ਪਾਰਟੀ ਨੂੰ ਵੋਟ ਪਾਈ ਹੈ? ਅਸੀਂ ਪਹਿਲੇ ਜਿਹੜਾ ਖੜਿਆ ਸੀਗਾ ਕਈ ਉਹਨੂੰ ਪਾਈ ਹੈਗੀ ਵੋਟ। ਪੱਕੇ ਕਾਂਗਰਸੀ? ਹਾਂਜੀ, ਨਹੀਂ ਅਸੀਂ ਕਾਂਗਰਸੀ ਨਹੀਂ, ਅਸੀਂ ਅਕਾਲੀ ਹਾਂ। ਸ਼੍ਰੀ ਮਾਛੀਵਾੜਾ ਸਾਹਿਬ ਦੇ ਵਿੱਚ ਜੰਗਲਾਤ ਵਿਭਾਗ ਦੀ ਲੱਖਾਂ ਰੁਪਏ ਦੀ ਲੱਕੜ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਉਧਰ ਕਾਂਗਰਸ ਨਾਲ ਸੰਬੰਧਿਤ ਸਾਬਕਾ ਕੌਂਸਲਰ ਅਤੇ ਇੱਕ ਪਿੰਡ ਦੇ ਸਰਪੰਚ ਤੇ ਅਤੇ ਉਸਦੇ ਸਾਥੀਆਂ ਤੇ ਲੱਕੜ ਚੋਰੀ ਕਰਨ ਦੇ ਇਲਜ਼ਾਮ ਲੱਗੇ ਨੇ। ਜਾਣਕਾਰੀ ਮੁਤਾਬਕ ਇਹ ਲੱਕੜ ਖੈਰ ਕਿਸਮ ਦੇ ਦਰਖਤਾਂ ਦੀ ਸੀ ਜੋ ਕਿ 7 ਤੋਂ 8,000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਦੀ ਹੈ। ਜੰਗਲਾਤ ਵਿਭਾਗ ਨੂੰ ਇਸ ਸੰਬੰਧੀ ਜੋ ਸੂਚਿਤ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਤੇ ਉਹਨਾਂ ਕਿਹਾ ਹੈ ਕਿ ਦੋਸ਼ੀਆਂ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਏਗਾ। ਜੀ ਸਰ 3 ਤਰੀਕ ਦੀ ਗੱਲ ਹੈ ਜੀ।
3 ਤਰੀਕ ਨੂੰ 5 ਪੇੜ ਕੱਟ ਹੋਏ ਸੀ ਈਸਾਪੁਰ ਤੋਂ ਜੀ, ਤੇ ਉਹ ਸਾਨੂੰ ਦੂਜੇ ਦਿਨ ਪਤਾ ਲੱਗਿਆ ਵੀ ਉੱਥੋਂ ਦਰਖਤ ਕੱਟ ਹੋ ਗਏ ਨੇ। ਅਸੀਂ ਨੱਠ ਭੱਜ ਕੀਤੀ ਜੀ, ਸਾਰੇ ਬੇਲਦਾਰਾਂ ਨੇ ਜਿੰਨੇ ਵੀ ਡਿਊਟੀ ਤੇ ਹੈਗੇ ਨੇ। ਇਹ ਕਿਹੜੀ ਲੱਕੜ ਹੈ ਜੀ? ਇਹ ਖੈਰ ਦੀ ਲੱਕੜ ਆ ਸਰ। ਅੱਛਾ ਜੀ। ਹਾਂਜੀ, ਵੀ ਫਿਰ ਸਾਨੂੰ ਪਤਾ ਨੱਠ ਭੱਜ ਬਹੁਤ ਕੀਤੀ, ਤੇ ਫਿਰ ਅਸੀਂ ਭਈਏ ਫੜੇ ਜੀ ਉੱਥੋਂ, ਕੁੱਲੀਆਂ ਵਾਲੇ ਜਿਹੜੇ ਬੰਨ੍ਹ ਦੇ ਉੱਤੇ ਬੈਠੇ ਨੇ। ਤੇ ਭਈਆਂ ਤੋਂ ਸਾਨੂੰ ਕਾਫੀ ਫਿਰ ਸਬੂਤ ਮਿਲੇ ਨੇ, ਵੀਡੀਓ ਮਿਲੀ ਉਹਨਾਂ ਕੋਲੋਂ, ਰਿਕਾਰਡਿੰਗਾਂ ਬੰਦਿਆਂ ਦੀਆਂ। ਉਹ ਕਾਫੀ ਕੁਛ ਪਤਾ ਲੱਗਿਆ ਜੀ ਬੰਦਿਆਂ ਦਾ, ਕਿਹੜੇ ਬੰਦੇ ਨੇ ਜੀ ਜਿਨ੍ਹਾਂ ਨੇ ਲੱਕੜ ਦੀ ਚੋਰੀ ਕੀਤੀ ਹੈ? ਉਹ ਸਰ ਬੰਦੇ ਦੱਸਦੇ ਆ ਵੀ ਇੱਕ ਤਾਂ ਈਸਾਪੁਰ ਦਾ ਕੋਈ ਜੋਰਾ ਜੀ, ਤੇ ਮਾਛੀਵਾੜੇ ਦਾ ਕੋਈ MC ਹੈ ਜੀ। ਉਹਨਾਂ ਦਾ ਕੋਈ ਨਾਮ? ਨਾਮ ਤਾਂ ਨਹੀਂ ਜਾਣਦੇ ਜੀ। ਅੱਛਾ ਜੀ। ਕੋਈ ਸਰਪੰਚ ਆ ਰੂੜੇ ਵਾਲਾ ਦਾ ਜੀ, ਬਿੱਟੂ, ਉਹਦਾ ਨਾਂ ਲੈ ਰਹੇ ਨੇ ਭਈਏ। ਸਾਡੇ ਸਟਾਫ ਨੇ ਉਹਦੇ ਸੰਬੰਧੀ ਜਿਹੜੀ ਡੈਮ ਦੀ ਉਹ ਕੱਟਤੀ, ਜਿਹੜੀ ਨੁਕਸਾਨ ਦੀ ਰਿਪੋਰਟ, ਤੇ ਦੋਸ਼ੀਆਂ ਦੀ ਸ਼ਨਾਖਤ ਵੀ ਹੋ ਗਈ ਹੈ। ਕਿੰਨੇ ਬੰਦੇ ਨੇ ਸਰ ਉਹ 4-5 ਜਣੇ ਹੈਗੇ, 4 ਜਣੇ। ਸਰ ਜੰਗਲਾਤ ਮਹਿਕਮੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ? ਦੇਖੋ ਇਹਦਾ ਜੁਰਮਾਨਾ ਵੀ ਲਿਆ ਜਾ ਸਕਦਾ ਤੇ ਕੋਰਟ 'ਚ ਕੇਸ ਵੀ ਲਾਇਆ ਜਾ ਸਕਦਾ। ਕਿ ਸਰ ਚੋਰੀ ਕੀਤੀ ਹੈ, ਜਿਵੇਂ ਕੋਈ ਕਾਨੂੰਨੀ ਕਾਰਵਾਈ FIR ਵਗੈਰਾ ਲਾਂਚ ਕਰਨ ਲਈ SSP ਨੇ ਲਿਖਿਆ ਜੀ? ਉਹ ਨਹੀਂ, ਸਾਡੇ ਆਪਣੇ ਡਿਪਾਰਟਮੈਂਟਲ ਰੂਲ ਹੁੰਦੇ ਹਨ। ਡੈਮ ਰਿਪੋਰਟ ਕੱਟ ਕੇ ਅਸੀਂ ਕੋਰਟ 'ਚ ਆਪ ਚਲਾਨ ਲਾ ਸਕਦੇ ਹਾਂ, ਸਾਡੇ ਕੋਲ ਅਥਾਰਟੀ ਹੈਗੀ ਹੈ ਉਹਦੀ, ਠੀਕ ਹੈ ਨਾ। ਸਰ ਕਿਹੜੇ ਦਰਖਤ ਸੀ ਜੀ ਜਿਹੜੇ ਵੱਡੇ ਗਏ ਨੇ? ਖੈਰ ਦੇ ਹੁੰਦੇ ਆ, ਖੈਰ ਦੇ। ਕਿੰਨੀ ਕੀਮਤ ਹੋ ਸਕਦੀ ਹੈ? ਕੀਮਤ ਤਾਂ ਮਤਲਬ ਸਟਾਫ ਵਾਲੇ ਕਰਦੇ। ਸਰ ਕੁਛ ਇਹ ਵੀ ਸਾਹਮਣੇ ਆ ਰਿਹਾ ਕਿ ਕੋਈ ਸੱਤਾਧਾਰੀ ਕਾਂਗਰਸ ਦੇ ਬੰਦੇ ਸੀ ਜਿਨ੍ਹਾਂ ਨੇ ਚੋਰੀ ਕੀਤੀ ਹੈ ਜੀ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਉਹ ਦੋਸ਼ੀ ਸੀ, ਉਹ ਆਮ ਇੱਥੇ ਦੇ ਆਲੇ ਦੁਆਲੇ ਰਹਿਣ ਵਾਲੇ, ਇਹੋ ਜਿਹੀ ਕੋਈ ਗੱਲ ਨਹੀਂ। ਦੁਗਰੀ ਦੇ ਫੇਸ 1 ਦੇ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਭਾਰਤ ਸਰਕਾਰ ਦੀਆਂ ਲਘੂ ਉਦਯੋਗ ਨਾਲ ਜੁੜੀਆਂ ਸਕੀਮਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਵੀ ਸਾਡੇ ਦੇਸ਼ ਦੇ 50% ਲੋਕ ਅਜਿਹੇ ਨੇ ਜਿਨ੍ਹਾਂ ਨੂੰ ਭਾਰਤ ਸਰਕਾਰ ਦੀਆਂ ਸਕੀਮਾਂ ਦੇ ਬਾਰੇ ਜਾਣਕਾਰੀ ਨਹੀਂ ਹੈ। ਉਹਨਾਂ ਦੱਸਿਆ ਕਿ ਇਸ ਅਵੇਅਰਨੈਸ ਕੈਂਪ ਦੇ ਵਿੱਚ ਛੋਟੇ ਉਦਯੋਗ ਚਲਾਉਣ ਵਾਲੀਆਂ ਸਕੀਮਾਂ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਉਦਮ ਰਜਿਸਟ੍ਰੇਸ਼ਨ ਕਰਵਾਉਣਾ ਬੇहद ਲਾਜ਼ਮੀ ਹੈ ਤਾਂ ਜੋ ਉਹ ਭਾਰਤ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈ ਸਕਣ। विशाल भटनागर अपने कुलीग श्री गुरमेल सिंह जी के साथ NSIC SC/ST हब की तरफ से अजीत फाउंडेशन में एक सेमिनार करवाया गया, जिसका बेसिक पर्पस ये था कि जो भी यूनिट्स SC कैटेगरी के अंदर लाई करते हैं या ऐसी कैटेगरी से लोग अपना बिज़नेस करना चाहते हैं, उनको बिज़नेस की गवर्नमेंट की, सेंट्रल गवर्नमेंट की स्कीम्स के बारे में जागरूक करवाना। उनको बेसिक स्कीम्स के बारे में बताया गया कि उन्हें उद्यम रजिस्ट्रेशन बनाने का क्या फ़ायदा हो सकता है, उनको मार्केटिंग से रिलेटेड क्या बेनिफिट्स गवर्नमेंट की तरफ से सर्विसेज मिल सकती हैं, कौन सी सब्सिडीज़ मिलती हैं उनको कोई भी अपनी मटेरियल सेल करने के लिए उनको एग्जीबिशंस के रिगार्डिंग क्या स्कीम्स मिलती हैं, उन्हें अगर अपनी किसी तरह के बैंकिंग से रिलेटेड लोन चाहिए तो उसके बारे में उनको किस तरह की फैसिलिटीज़ मिल सकती हैं। ये सारी की सारी चीज़ों के बारे में यूनिट्स को बताया गया। मेरा नाम सुखविंदर कौर, जीत फाउंडेशन दे नाल मिल के अज SC/ST हब MSME ਦੀਆਂ ਜਿਹੜੀਆਂ ਸਕੀਮਸ ਹੈਗੀਆਂ ਨੇ ਸੈਂਟਰ ਗਵਰਨਮੈਂਟ ਦੀਆਂ, ਉਹ ਲੋਕਾਂ ਤੱਕ ਪਹੁੰਚਾਈਆਂ ਜਾ ਸਕਣ। ਇਸ ਕਰਕੇ ਅੱਜ ਇੱਕ ਸੈਮੀਨਾਰ ਰੱਖਿਆ ਹੈਗਾ ਤਾਂ ਕਿ ਜਿਹੜੀਆਂ ਸਕੀਮਸ ਹੈ ਕਈ ਵਾਰ ਉਹ ਲੋਕਾਂ ਤੱਕ ਪਹੁੰਚ ਨਹੀਂ ਸਕਦੀਆਂ ਕਿ ਉਹਦਾ ਬੈਨੀਫਿਟ ਆਪਾਂ ਕਿਸ ਤਰ੍ਹਾਂ ਲੈਣਾ ਹੈਗਾ। ਹੁਣ ਲੋਕ ਛੋਟੇ ਛੋਟੇ ਕਾਰੋਬਾਰ ਕਰ ਰਹੇ ਹੈਗੇ ਨੇ, ਪਰ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਦੇ ਕੋਲ ਉਦਮ ਰਜਿਸਟ੍ਰੇਸ਼ਨ ਹੋਣੀ ਜ਼ਰੂਰੀ ਹੈਗੀ ਹੈ। ਅੱਜ ਇਹ ਸਾਰੀਆਂ ਕਿਹੜੀ ਰਜਿਸਟ੍ਰੇਸ਼ਨ ਅਗਰ ਤੁਹਾਡੇ ਕੋਲ ਹੋ ਜਾਂਦੀ ਹੈਗੀ ਹੈ ਤਾਂ ਤੁਸੀਂ ਗਵਰਨਮੈਂਟ ਤੋਂ ਫਾਇਦੇ ਲੈ ਸਕਦੇ ਹੋ। ਅੱਜ ਸਾਰਾ ਕੁਝ ਇੱਥੇ ਦੱਸਿਆ ਗਿਆ ਹੈਗਾ ਆ। ਸਾਡੇ ਵਿਸ਼ਾਲ ਜੀ ਔਰ ਗੁਰਮੇਲ ਸਿੰਘ ਜੀ ਜਿਹੜੇ SC/ST ਹੱਬ ਤੋਂ ਹੈ, ਸਾਰੀ ਟੀਮ ਦੇ ਨਾਲ ਆਏ ਔਰ ਬਹੁਤ ਹੀ ਵਧੀਆ ਲਾਭਦਾਇਕ ਜਿਹੜੀ ਹੈ ਇਹ ਅੱਜ ਦੀ ਮੀਟਿੰਗ ਰਹੀ ਹੈਗੀ ਹੈ। ਕ੍ਰੀਏਟਿਵ ਲੀਡਰਸ ਕਲੱਬ ਦੇ ਵੱਲੋਂ ਲੋਹੜੀ ਦੇ ਸੰਬੰਧ ਵਿੱਚ ਖਾਸ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵਿਰਸੇ ਦੀ ਬੋਲ ਪੰਜਾਬੀ ਲੋਕ ਗੀਤ ਅਤੇ ਸਾਜ਼ ਨਾਲ ਲੋਹੜੀ ਮਨਾਈ ਗਈ। ਇਸ ਮੌਕੇ ਰਵਾਇਤੀ ਪਹਿਰਾਵੇ ਦੇ ਵਿੱਚ ਕਲੱਬ ਮੈਂਬਰਾਂ ਪਹੁੰਚਿਆ, ਜਿਨ੍ਹਾਂ ਦੇ ਵੱਲੋਂ ਢੋਲ ਦੀ ਥਾਪ ਅਤੇ ਭੰਗੜਾ ਅਤੇ ਗਿੱਧਾ ਪਾ ਕੇ ਲੋਹੜੀ ਦੀ ਖੁਸ਼ੀ ਮਨਾਈ ਗਈ। ਅੱਜ ਅਸੀਂ ਆਪਣੇ ਕਲੱਬ ਦੇ ਵਿੱਚ ਲੋਹੜੀ ਦੀ ਸੈਲੀਬ੍ਰੇਸ਼ਨ ਕਰ ਰਹੇ ਹਾਂ। ਇਸ ਵਿੱਚ ਸਾਰੇ ਮੈਂਬਰਸ ਪਾਰਟਿਸਿਪੇਟ ਕਰ ਰਹੇ ਨੇ, ਕੋਈ ਕੰਪੀਟੀਸ਼ਨ ਨਹੀਂ ਕਰ ਰਹੇ ਅਸੀਂ, ਕਿਉਂਕਿ ਸਾਰਿਆਂ ਦੇ ਵਿੱਚ ਇੱਕ ਕਲਾ ਹੁੰਦੀ ਆ ਜਿਹਨੂੰ ਬਾਹਰ ਕੱਢਣ ਦਾ ਅਸੀਂ ਕੋਈ ਨਾ ਕੋਈ ਤਰੀਕਾ ਲੱਭਦੇ ਰਹਿੰਦੇ ਹਾਂ। ਇਸ ਔਖੀ ਘੜੀ ਦੇ ਵਿੱਚ ਵੀ ਮੈਂ ਆਪਣੇ ਗੁਰੂ ਜੀ ਨਾਲ ਪ੍ਰੇਅਰ ਕਰਦੀ ਹਾਂ ਕਿ ਇਹ ਜਿਹੜਾ ਕੋਵਿਡ ਦਾ ਟਾਈਮ ਆ ਇੱਦਾਂ ਹੀ ਲੰਘ ਜਾਵੇ, ਸਾਨੂੰ ਟੱਚ ਕਰ ਕਰਕੇ ਲੰਘ ਜਾਵੇ, ਕਿਉਂਕਿ ਕਹਿ ਰਹੇ ਆ ਜਿਵੇਂ ਇਹ ਕਿਸੇ ਨੂੰ ਹੁੰਦਾ ਉਹਦਾ
ਇਮਿਊਨਿਟੀ ਸਿਸਟਮ ਸਟਰੋਂਗ ਹੋ ਜਾਂਦਾ। ਵੈਸੇ ਵੀ ਵੈਕਸੀਨੇਸ਼ਨ ਲੱਗ ਚੁੱਕੀ ਆ ਤੇ ਡਰਨ ਵਾਲੀ ਕੋਈ ਗੱਲ ਨਹੀਂ ਆ। ਹਾਂਜੀ, ਮੇਰਾ ਨਾਮ ਸਤਿੰਦਰ ਕੌਰ ਹੈ ਜੀ। ਅੱਜ ਲੋਹੜੀ ਦਾ ਫੰਕਸ਼ਨ ਕ੍ਰੀਏਟਿਵ ਲੇਡੀਜ਼ ਕਲੱਬ ਵੱਲੋਂ ਕਰਵਾਇਆ ਜਾ ਰਿਹਾ, ਜਿਹਦੇ ਵਿੱਚ ਲੋਹੜੀ ਤੇ ਨਵੇਂ ਸਾਲ ਦਾ ਇੱਥੇ ਤਿਉਹਾਰ ਮਨਾਇਆ ਜਾ ਰਿਹਾ ਸਿਲਵਰਸਟੋਨ ਦੇ ਵਿੱਚ, ਜਿਹਦੇ ਵਿੱਚ ਸਾਰੀਆਂ ਲੇਡੀਜ਼ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਵਾ ਕਿ ਪੰਜਾਬੀ ਲੋਕ ਗੀਤ ਗਾਏ ਨੇ ਕਿ ਜੋ ਅੱਜ ਦੇ ਟਾਈਮ ਵਿੱਚ ਸਭ ਲੋਕੀ ਭੁੱਲ ਚੁੱਕੇ ਨੇ। ਇਹਨਾਂ ਨੂੰ ਅਸੀਂ ਇਸ ਕਲਚਰ ਨੂੰ, ਪੰਜਾਬੀ ਕਲਚਰ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਕਿਸ ਤਰ੍ਹਾਂ ਦਾ ਫੰਕਸ਼ਨ ਸੀਗਾ? ਟ੍ਰੈਡੀਸ਼ਨਲ ਕੁਝ ਕੀਤਾ ਕਿ ਗਿੱਧਾ ਵਗੈਰਾ? ਹਾਂਜੀ, ਸਭ ਨੇ ਟ੍ਰੈਡੀਸ਼ਨਲ ਆਊਟਫਿਟ ਵੇਅਰ ਕੀਤੇ ਨੇ। ਦੇਖੋ ਤੁਸੀਂ ਦੇਖ ਸਕਦੇ ਆ, ਸਭ ਨੇ ਟਿੱਕੇ ਲਗਾਏ, ਫੁਲਕਾਰੀਆਂ ਲਗਾਈਆਂ, ਗਿੱਧਾ ਵੀ ਪਾਇਆ ਤੇ ਪੰਜਾਬੀ ਗਾਣੇ ਨਾਲ ਪਰਫਾਰਮ ਵੀ ਕੀਤਾ ਜੀ। ਮੈਂ ਅੱਜ ਇਸ ਤੇ ਲੋਹੜੀ ਦੇ ਦਿਹਾੜੇ ਤੇ ਇੱਥੇ ਲੋਹੜੀ ਦਾ ਫੰਕਸ਼ਨ ਮਨਾਇਆ ਜਾ ਰਿਹਾ। ਇੱਥੇ ਸਭ ਮੁਟਿਆਰਾਂ ਇਕੱਠੀਆਂ ਹੋ ਕੇ ਪੂਰੇ ਪੰਜਾਬੀ ਅਟਾਇਰ ਦੇ ਵਿੱਚ ਸਜ ਕੇ ਆਈਆਂ। ਇਹਨਾਂ ਨੇ ਥੀਮ ਰੱਖਿਆ ਸੀ ਪੰਜਾਬੀ ਲੋਕ ਗੀਤ ਦੇ ਵਿੱਚ, ਜਿਹਦੇ ਵਿੱਚ ਮੈਂ ਵੀ ਪਰਫਾਰਮ ਕੀਤਾ, ਬਹੁਤ ਇੰਜੋਏ ਕੀਤਾ। ਪ੍ਰੈਜ਼ੀਡੈਂਟ ਇੱਥੇ ਮਿਸਿਸ ਪਾਂਬਰ ਔਰ ਡਾਇਰੈਕਟਰ ਮਿਸਿਸ ਸੁਰਿੰਦਰ ਬਾਂਸਲ, ਇਹਨਾਂ ਨੇ ਸਭ ਨੇ ਬੜਾ ਅੱਛਾ ਵੈਲ ਆਰਗੇਨਾਈਜ਼ਡ ਕੀਤਾ ਤੇ ਅਸੀਂ ਬਹੁਤ ਇੰਜੋਏ ਕੀਤਾ। ਤੋ ਅਖੀਰ 'ਚ ਮੈਂ ਇਹ ਕਹਾਂਗੀ ਲੋਹੜੀ ਦੀਆਂ ਲੱਖ ਲੱਖ ਵਧਾਈਆਂ। ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਚੋਣਾਂ ਦੇ ਚੱਲਦੇ ਦਲ ਬਦਲੀਆਂ ਦਾ ਦੌਰ ਜਾਰੀ। ਗਗਨਦੀਪ ਗੈਸਪੁਰਾ ਨੇ ਕੀਤੀ ਕਰ ਵਾਪਸੀ। ਸ਼੍ਰੋਮਣੀ ਅਕਾਲੀ ਦਲ 'ਚ ਮੁੜ ਹੋਏ ਸ਼ਾਮਲ। ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਕੀਤੀ ਸ਼ਮੂਲੀਅਤ। ਮੁੱਲਾਪੁਰ ਦੇ ਵਿੱਚ ਵੀ ਆਪ ਅਤੇ ਭਾਜਪਾ ਦੇ ਕਈ ਆਗੂ ਅਕਾਲੀ ਦਲ 'ਚ ਹੋਏ ਸ਼ਾਮਲ। ਸੁਖਬੀਰ ਬਾਦਲ ਜਗਰਾਉਂ ਵਿਖੇ ਨਾਨਕਸਰ ਸੰਪਰਦਾਇ ਅਸਥਾਨ ਤੇ ਹੋਏ ਨਤਮਸਤਕ। ਵੱਡੀ ਗਿਣਤੀ 'ਚ ਅਕਾਲੀ ਵਰਕਰ ਰਹੇ ਮੌਜੂਦ। ਵਿਧਾਨ ਸਭਾ ਚੋਣਾਂ 'ਚ ਗੱਠਜੋੜ ਦੀ ਜਿੱਤ ਦੀ ਕੀਤੀ ਅਰਦਾਸ। ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ। ਦਰਸ਼ਨ ਸਿੰਘ ਸ਼ਿਵਾਲਕ ਨੂੰ ਬੇਟ ਇਲਾਕੇ 'ਚ ਮਿਲਿਆ ਭਾਰੀ ਸਮਰਥਨ। ਰਾਏਕੋਟ 'ਚ ਅਕਾਲੀ ਉਮੀਦਵਾਰ ਬਲਵਿੰਦਰ ਸਿੰਘ ਸੰਧੂ ਨੇ ਵੀ ਕੀਤੀਆਂ ਚੋਣ ਬੈਠਕਾਂ। ਮਾਛਵਾੜਾ ਸਾਹਿਬ 'ਚ ਜੰਗਲਾਤ ਵਿਭਾਗ ਦੀ ਲੱਖਾਂ ਦੀ ਲੱਕੜ ਚੋਰੀ। ਕਾਂਗਰਸ ਦੇ ਸਾਬਕਾ ਕੌਂਸਲਰ ਅਤੇ ਸਰਪੰਚ ਲੱਗੇ ਇਲਜ਼ਾਮ। ਸਾਥੀਆਂ ਨਾਲ ਮਿਲ ਕੇ ਲੱਕੜ ਚੋਰੀ ਕਰਨ ਦੇ ਲੱਗੇ ਦੋਸ਼। ਅਧਿਕਾਰੀਆਂ ਨੇ ਆਖੀ ਕਾਰਵਾਈ ਦੀ ਗੱਲ। ਖੰਨਾ ਦੇ ਵਾਰਡ ਨੰਬਰ 14 'ਚ ਸਫਾਈ ਵਿਵਸਥਾ ਦਾ ਬੁਰਾ ਹਾਲ। ਗਲੀਆਂ 'ਚ ਖੜੇ ਗੰਦੇ ਪਾਣੀ ਕਰਕੇ ਹਾਲਾਤ ਬਦ ਤੋਂ ਬਦਤਰ। ਲੋਕਾਂ ਨੂੰ ਕਰਨਾ ਪੈ ਰਿਹਾ ਦਿੱਕਤਾਂ ਦਾ ਸਾਹਮਣਾ। ਫਿਲਹਾਲ ਲੁਧਿਆਣਾ ਖਬਰਨਾਮਾ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਕੋਈ ਵੀ ਜਾਣਕਾਰੀ ਜਾਂ ਸਿਆਸਤ ਦੇ ਸਾਂਝਾ ਕਰਨਾ ਚਾਹੁੰਦੇ ਹੋ ਤਾਂ news@fastfood.in ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਨੂੰ www.fastfood.in ਤੇ ਆਨਲਾਈਨ ਵੀ ਦੇਖ ਸਕਦੇ ਹੋ। ਮੈਨੂੰ ਤਾਂ ਇਜਾਜ਼ਤ, ਧੰਨਵਾਦ।